ओके जी ओके। हाँ जी, good morning students. We have discussed the full chapter of D and F block elements. ठीक है, ਅੱਜ ਆਪਾਂ ਇਹਦੇ ਵਿੱਚੋਂ ਜਿਹੜੇ ਇੰਪੋਰਟੈਂਟ ਟੌਪਿਕ ਬਣਦੇ ਆ, ਠੀਕ ਹੈ, ਜਿਹੜੇ ਇੰਪੋਰਟੈਂਟ ਮਤਲਬ ਕੁਐਸਚਨਸ ਬਣਦੇ ਆ ਉਹ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾ ਕੁਐਸਚਨ ਤਾਂ ਹੈਗਾ ਵੀ ਜਿਵੇਂ ਇਹਨਾਂ ਨੇ ਇੱਕ ਚੀਜ਼ ਨੂੰ ਸਮਝ ਲਓ ਪਹਿਲਾਂ, ਫਿਰ ਆਪਾਂ ਉਹਦੇ ਚੋਂ ਕੁਐਸਚਨ ਫਰੇਮ ਕਰਦੇ ਆ ਕਿ ਟ੍ਰਾਂਜੀਸ਼ਨ ਮੈਟਲਸ ਜਿਹੜੀਆਂ ਹੁੰਦੀਆਂ ਉਹ ਕਿਹੜੀਆਂ ਹੁੰਦੀਆਂ। ਟ੍ਰਾਂਜੀਸ਼ਨ ਮੈਟਲਸ ਉਹ ਹੁੰਦੀਆਂ ਜਿਨ੍ਹਾਂ ਦੇ ਵਿੱਚ ਪਾਰਸ਼ੀਅਲੀ ਫਿਲਡ ਡੀ ਆਰਬਿਟਲਸ ਹੋਣ, ਠੀਕ ਹੈ, ਪਾਰਸ਼ੀਅਲੀ ਫਿਲਡ ਡੀ ਆਰਬਿਟਲਸ ਹੋਣ ਜਾਂ ਉਹਨਾਂ ਦੇ ਵਿੱਚ ਨਾਰਮਲੀ ਮਤਲਬ ਕਿ ਜਿਹੜਾ ਉਹਨਾਂ ਦਾ ਐਟੋਮਿਕ ਨੰਬਰ ਆ ਉਹਦੇ ਅਕੋਰਡਿੰਗ ਪਾਰਸ਼ੀਅਲੀ ਫਿਲਡ ਡੀ ਆਰਬਿਟਲ ਹੋਣ, ਜਾਂ ਉਹਨਾਂ ਦੀ ਕਾਮਨ ਆਕਸੀਡੇਸ਼ਨ ਸਟੇਟ ਦੇ ਵਿੱਚ ਪਾਰਸ਼ੀਅਲੀ ਫਿਲਡ ਡੀ ਆਰਬਿਟਲ ਹੋਣ। ਠੀਕ ਹੈ, ਇਸ ਚੀਜ਼ ਨੂੰ ਮੈਂ ਐਕਸਪਲੇਨ ਕਰਦੀ ਹਾਂ। ਫਸਟ ਰਾਈਟ ਵਨ ਕੁਐਸਚਨ, scandium is a transition element but zinc is not. Why? Scandium is a transition element but zinc is not. Why? लिख ले राजी। हाँ जी, रिटन ਹੁਣ ਤੁਸੀਂ ਹਾਂਜੀ ਹੁਣ ਤੁਸੀਂ ਦੇਖੋ ਜਿਹੜਾ ਸਕੈਂਡੀਅਮ ਆ, ਸਕੈਂਡੀਅਮ ਦਾ Z ਜਿਹੜਾ ਹੈਗਾ that is 21। ਠੀਕ ਹੈ, ਤਾਂ ਅਗਰ ਆਪਾਂ ਇਹਦੀ ਕਨਫੀਗਰੇਸ਼ਨ ਲਿਖੀਏ ਤਾਂ ਆਪਣੇ ਕੋਲ ਹੁੰਦੀ ਹੈ ਕਨਫੀਗਰੇਸ਼ਨ ਆਰਗਨ 18 4s2 3d1, ਆਹੀ ਕਨਫੀਗਰੇਸ਼ਨ ਹੁੰਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ D ਦੇ ਵਿੱਚ ਪਾਰਸ਼ੀਅਲੀ ਫਿਲਡ ਟ੍ਰਾਂਜੀਸ਼ਨ, ਪਾਰਸ਼ੀਅਲੀ ਫਿਲਡ ਜਿਹੜਾ ਹੈਗਾ ਇਹ D ਦੇ ਵਿੱਚ 1 ਇਲੈਕਟ੍ਰੋਨ ਹੈਗਾ। ਠੀਕ ਹੈ, ਤਾਂ ਇਸ ਸਟੇਟ ਨੂੰ ਆਪਾਂ ਐਲੀਮੈਂਟਰੀ ਸਟੇਟ ਕਹਿੰਦੇ ਆ ਵੀ ਜਦੋਂ ਇਹਦੇ ਵਿੱਚੋਂ ਆਪਾਂ ਕੋਈ ਵੀ ਇਲੈਕਟ੍ਰੋਨ ਰਿਮੂਵ ਨਹੀਂ ਕੀਤਾ ਉਹ ਸਟੇਟ ਇਹਦੀ ਐਲੀਮੈਂਟਰੀ ਸਟੇਟ ਆ। ਤੇ ਐਲੀਮੈਂਟਰੀ ਸਟੇਟ ਵਿੱਚ ਪਾਰਸ਼ੀਅਲੀ ਫਿਲਡ ਡੀ ਆਰਬਿਟਲ ਹੈਗਾ, ਸੋ ਇਹ ਇੱਕ ਟ੍ਰਾਂਜੀਸ਼ਨ ਐਲੀਮੈਂਟ ਆ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਜ਼ਿੰਕ ਦੀ। ਜ਼ਿੰਕ ਦਾ ਐਟੋਮਿਕ ਨੰਬਰ ਹੁੰਦਾ ਹੈਗਾ 30। ਠੀਕ ਹੈ, ਤਾਂ ਆਰਗਨ 18 4s2 20 3d10। ਠੀਕ ਹੈ, ਆਹ ਵਾਲੀ ਕਨਫੀਗਰੇਸ਼ਨ ਬਣ ਗਈ ਇਹਦੀ। ਹੁਣ ਜਦੋਂ ਆਪਾਂ ਕਾਮਨ ਆਕਸੀਡੇਸ਼ਨ ਸਟੇਟ ਦੇਖਾਂਗੇ ਹਨਾ, ਕਾਮਨ ਆਕਸੀਡੇਸ਼ਨ ਸਟੇਟ ਹੋਊਗੀ ਇਹਦੀ ਜ਼ਿੰਕ 2 ਪੋਜ਼ਿਟਿਵ, ਮਤਲਬ ਇਹਨੇ 2 ਇਲੈਕਟ੍ਰੋਨਸ ਲੂਜ਼ ਕਰਨੇ ਆ। ਤਾਂ ਆਪਾਂ ਨੂੰ ਪਤਾ ਇਟਸ ਆਬਵੀਅਸ ਕਿ ਇਹ 2 ਇਲੈਕਟ੍ਰੋਨ ਪਹਿਲਾਂ 4s ਵਾਲੇ ਲੂਜ਼ ਕਰੂਗਾ, ਤਾਂ ਇਹਦੀ ਕਨਫੀਗਰੇਸ਼ਨ ਬਣ ਗਈ ਆਰਗਨ 18 3d10, ਆਹੀ ਕਨਫੀਗਰੇਸ਼ਨ ਬਣ ਗਈ। ਠੀਕ ਹੈ, ਸੋ ਹੁਣ ਇਹਦੇ ਵਿੱਚ ਵੀ D ਦੇ ਵਿੱਚ ਫੁੱਲੀ ਫਿਲਡ ਆ, ਆਕਸੀਡੇਸ਼ਨ ਸਟੇਟ ਦੇ ਵਿੱਚ ਵੀ D ਫੁੱਲੀ ਫਿਲਡ ਆ, ਸੋ ਇਹ ਟ੍ਰਾਂਜੀਸ਼ਨ ਐਲੀਮੈਂਟ ਤਾਂ ਕਰਕੇ ਨਹੀਂ ਹੈਗਾ। ਅਗਰ ਮੰਨ ਲਓ ਆਪਾਂ ਜਦੋਂ ਇਲੈਕਟ੍ਰੋਨ ਰਿਮੂਵ ਕਰਦੇ ਆ ਹਨਾ, ਜਿਵੇਂ ਕਾਪਰ ਪੋਜ਼ਿਟਿਵ ਆ, ਕਾਪਰ 2 ਪੋਜ਼ਿਟਿਵ ਆ, ਉਸ ਕੇਸ ਦੇ ਵਿੱਚ ਜਦੋਂ ਅਸੀਂ ਇਲੈਕਟ੍ਰੋਨ ਰਿਮੂਵ ਕਰਦੇ ਆ ਤਾਂ D ਵਿੱਚ ਮੰਨ ਲਓ 9 ਆ ਜਾਂਦੇ ਆ, 8 ਆ ਜਾਂਦੇ ਆ, ਤਾਂ ਉਦੋਂ ਅਸੀਂ ਕਹਿ ਸਕਦੇ ਆ ਵੀ ਦਿਸ ਇਜ਼ ਅ ਟ੍ਰਾਂਜੀਸ਼ਨ ਐਲੀਮੈਂਟ। ਠੀਕ ਹੈ, ਕਲੀਅਰ ਹੋ ਗਿਆ ਸਾਰਿਆਂ ਨੂੰ? ਇਦਾਂ ਦਾ ਰਾਜੇ ਕੋਈ ਵੀ ਕੁਐਸਚਨ ਆ ਸਕਦਾ ਵੀ ਕਾਪਰ ਪੋਜ਼ਿਟਿਵ ਟ੍ਰਾਂਜੀਸ਼ਨ ਐਲੀਮੈਂਟ ਹੈਗਾ ਕਿ ਨਹੀਂ ਹੈਗਾ, ਤਾਂ ਉਹਦੇ ਲਈ ਤੁਹਾਨੂੰ ਉਹਦਾ ਐਟੋਮਿਕ ਨੰਬਰ ਪਤਾ ਹੋਣਾ ਚਾਹੀਦਾ। ਐਟੋਮਿਕ ਨੰਬਰ ਤੋਂ ਤੁਸੀਂ ਇਦਾਂ ਕਨਫੀਗਰੇਸ਼ਨ ਲਿਖਣੀ ਹੈ, ਤੇ ਕਨਫੀਗਰੇਸ਼ਨ ਲਿਖਣ ਤੋਂ ਬਾਅਦ ਤੁਹਾਡੇ D ਦੇ ਵਿੱਚ 10 ਤੋਂ ਘੱਟ ਇਲੈਕਟ੍ਰੋਨਸ ਆ ਗਏ ਤਾਂ ਫਿਰ ਉਹ ਟ੍ਰਾਂਜੀਸ਼ਨ ਐਲੀਮੈਂਟ ਹੈਗਾ, ਅਗਰ 10 ਆ ਫਿਰ ਉਹ ਨਹੀਂ ਹੈਗਾ। ਸਮਝ ਲੱਗ ਗਈ ਸਾਰਿਆਂ ਨੂੰ ਕਨਸੈਪਟ? ਯੈਸ ਮੈਮ। ਹਾਂਜੀ, ਹੁਣ ਜਿਵੇਂ ਮੈਂ ਤੁਹਾਨੂੰ ਕਾਪਰ ਦੀ ਐਗਜ਼ਾਮਪਲ ਲਈ ਆ ਤਾਂ ਆਪਾਂ ਉਹ ਵੀ ਕਲੀਅਰ ਕਰ ਲੈਂਦੇ ਆ। ਠੀਕ ਹੈ, ਕਾਪਰ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਭਲਾ? (29). ਠੀਕ ਹੈ, ਤਾਂ ਆਪਣੇ ਕੋਲ ਹੈਗਾ ਆਰਗਨ 18 3d10 4s1, ਆਹੀ ਕਨਫੀਗਰੇਸ਼ਨ ਬਣੇਗੀ। ਠੀਕ ਹੈ, ਨਾਓ ਅਗਰ ਆਪਾਂ ਕਾਪਰ ਪੋਜ਼ਿਟਿਵ ਦੇਖਦੇ ਆ, ਮਤਲਬ ਕਿ ਆਪਾਂ ਇਹਦੇ ਵਿੱਚੋਂ ਇੱਕ ਇਲੈਕਟ੍ਰੋਨ ਜਿਹੜਾ ਉਹ ਰਿਮੂਵ ਕਰਨਾ, ਤਾਂ ਰਿਮੂਵ ਹੋਏਗਾ ਪਹਿਲਾਂ 3d 4s1 ਵਾਲਾ, 3d10 ਵਾਲੇ ਉਦਾਂ ਹੀ ਰਹਿਣਗੇ। ਠੀਕ ਹੈ, 4s1 ਵਾਲਾ ਰਿਮੂਵ ਹੋ ਜਾਊਗਾ,
कॉपर पॉजिटिव का मतलब हैगा ਇਹਦੇ ਉੱਪਰ +1 ਚਾਰਜ ਆ ਤੇ ਚਾਰਜ ਦਾ ਮਤਲਬ ਹੁੰਦਾ ਵੀ ਉਹਨੇ ਇਲੈਕਟ੍ਰੋਨ ਆਪਾਂ ਬਾਹਰ ਵਾਲੀ ਸ਼ੈਲ ਚੋਂ ਰਿਮੂਵ ਕਰਨੇ ਹੁੰਦੇ ਆ ਠੀਕ ਹੈ ਸੋ ਆਪਣੇ ਕੋਲੇ ਜਿਹੜਾ ਹੈਗਾ 3d10 4s1 ਆ ਆਊਟਰ ਸ਼ੈਲ 4 ਹੀ ਬਣੇਗੀ ਠੀਕ ਹੈ ਸੋ ਆਪਾਂ ਇੱਕ ਇਲੈਕਟ੍ਰੋਨ ਜਿਹੜਾ ਰਿਮੂਵ ਕਰਨਾ ਉਹ ਇਹਦੇ ਚੋਂ ਕਰਾਂਗੇ ਓਕੇ ਹੁਣ ਮੰਨ ਲਓ ਕਾਪਰ 2 ਪੋਜ਼ਿਟਿਵ ਆ ਕਾਪਰ 2 ਪੋਜ਼ਿਟਿਵ ਦੇ ਵਿੱਚ ਕੀ ਹੋਏਗਾ ਆਰਗਨ 18 3d9 ठीक है तो हुण जिहड़ा नेक्स्ट इलैक्ट्रॉन लूज होएगा वो साडे कोल होएगा 3d शैल चो समझ लग गई ये चीज हाँ जी बच्चे तुसी रिस्पोंड कर सकते हैं कोई ना जदों मैं पूछा चाहे रिकॉर्डिंग चल रही है नो प्रॉब्लम ठीक है समझ लग गई रजी हाँ जी मैम हाँ जी हुण रजे इहदे विच्चों ही मैं एक होर क्वेश्चन करवाउणा वो क्वेश्चन की हैगा तुसी नोट करो अपनी कॉपी दे उपर वाई कॉपर पॉजिटिव इज कलरलैस बट कॉपर 2 पॉजिटिव इज कलर्ड आयन वाई कॉपर पॉजिटिव इज कलरलैस while copper 2 positive is colored ion लिख लिया बच्चे यस मैम हाँ जी ਤਾਂ ਹੁਣ ਤੁਸੀਂ ਦੇਖੋ ਵੀ ਇਹ ਵੀ ਤੁਸੀਂ ਐਵੇਂ ਹੀ ਐਕਸਪਲੇਨ ਕਰਨਾ ਤੁਸੀਂ ਪਹਿਲਾਂ ਨਾਰਮਲ ਜਿਹੜਾ ਹੈਗਾ ਐਲੀਮੈਂਟਰੀ ਸਟੇਟ ਦੀ ਕਨਫੀਗਰੇਸ਼ਨ ਲਿਖ ਲੈਣੀ ਹੈ ਫਿਰ ਕਾਪਰ ਪੋਜ਼ਿਟਿਵ ਦੀ ਲਿਖ ਲੈਣੀ ਹੈ ਫਿਰ ਕਾਪਰ 2 ਪੋਜ਼ਿਟਿਵ ਦੀ ਲਿਖ ਲੈਣੀ ਹੈ ਠੀਕ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਡੀ ਦੇ ਅਨਪੇਅਰਡ ਇਲੈਕਟ੍ਰੋਨ ਨੂੰ ਆਪਾਂ ਪੈਰਾਮੈਗਨੈਟਿਕ ਕਰੈਕਟਰ ਦੇ ਨਾਲ ਲਿੰਕ ਕੀਤਾ ਸੀ ਉਸੇ ਤਰ੍ਹਾਂ ਇੱਕ ਗੱਲ ਦਿਮਾਗ 'ਚ ਬਿਠਾ ਲਓ ਵੀ ਜੇ ਤਾਂ ਡੀ ਫੁੱਲੀ ਫਿਲਡ ਆ ਠੀਕ ਹੈ ਜੇ ਡੀ ਫੁੱਲੀ ਫਿਲਡ ਆ ਜਾਂ ਖਾਲੀ ਹੈ ਮੰਨ ਲਓ ਡੀ ਦੇ ਵਿੱਚ 0 ਆ कोई भी इलैक्ट्रॉन नहीं हैगा तो वो कलरलैस होएगा ठीक है अगर डी दे विच कोई अनपेयर्ड इलैक्ट्रॉन हैगा तो वो कलर्ड होएगा क्लीयर हुण 3d10 आ जिहड़ा ओहदे विच तां अगर आपां बनाईए इस तरह 1 2 3 4 5 ऑर्बिटल बना ले आपां ठीक है 3d10 ना मतलब जिहड़े 1 2 3 4 5 6 7 8 9 10 ठीक है 3d10 हो गया 3d9 ਜਿਹੜਾ ਹੈਗਾ ਉਹ ਕਿਵੇਂ ਆ 1 5 ऑर्बिटल बना ले 1 2 3 4 5 6 7 8 9 एक का अनपेयर्ड बन गया ना ठीक है तो ਜਿਹੜੇ अनपेयर्ड इलैक्ट्रॉन हैगा ਉਹੀ ਇਹਨੂੰ ਕਲਰ ਪ੍ਰੋਵਾਈਡ ਕਰਵਾਉਂਦਾ ਓਕੇ ਤਾਂ ਇਹਦੇ ਵਿੱਚੋਂ ਕੁਐਸਚਨ ਇਸ ਤਰ੍ਹਾਂ ਦੇ ਬਹੁਤ ਸਾਰੇ ਬਣ ਸਕਦੇ ਆ ਤੁਹਾਨੂੰ ਪੁੱਛ ਸਕਦੇ ਆ ਵੀ ਸਕੈਂਡੀਅਮ ਜਿਹੜਾ ਹੈਗਾ that is a colored metal है ना scandium positive ਜਿਹੜਾ ਹੈਗਾ ਉਹ ਕਲਰਲੈਸ ਕਿਉਂ ਆ ਠੀਕ ਹੈ ਤਾਂ ਇਸ ਤਰ੍ਹਾਂ ਨਾਲ ਕਿੰਨੇ ਵੀ ਕੁਐਸਚਨ ਬਣ ਸਕਦੇ ਆ ਤੇ ਉਹਨਾਂ ਦਾ ਤੁਸੀਂ ਆਨਸਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਹਿਸਾਬ ਨਾਲ ਕਰਨਾ ਹੈ ਇਹ ਕਨਸੈਪਟ ਸਾਰਿਆਂ ਨੂੰ ਕਲੀਅਰ ਹੋ ਗਿਆ ਕਲਰ ਵਾਲਾ ਵੀ ਤੇ ਟ੍ਰਾਂਜੀਸ਼ਨ ਐਲੀਮੈਂਟ ਕਿਹੜਾ ਹੁੰਦਾ ਹੈ ਨਾ ਹਮੇਸ਼ਾ ਯਾਦ ਰੱਖਣਾ ਵੀਰੇ ਜੀ ਟ੍ਰਾਂਜੀਸ਼ਨ ਐਲੀਮੈਂਟ ਉਹ ਹੁੰਦਾ ਜਿਹਦੇ ਵਿੱਚ ਪਾਰਸ਼ੀਅਲੀ ਫਿਲਡ ਡੀ ਆਰਬਿਟਲ ਹੋਵੇ ਇਨ ਐਲੀਮੈਂਟਰੀ ਸਟੇਟ और in common oxidation state ਹੁੰਦੀ ਹੈ ਜਦੋਂ ਲੂਜ਼ ਕਰਦੇ ਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਪੈਰਾਮੈਗਨੈਟਿਕ ਬਿਹੇਵੀਅਰ ਦੀ ਠੀਕ ਹੈ ਪੈਰਾਮੈਗਨੈਟਿਕ ਬਿਹੇਵੀਅਰ ठीक है पैरामैग्नेटिक बिहेवियर लिंक्ड ਹੁੰਦਾ ਹੈ ਨੰਬਰ ਆਫ ਅਨਪੇਅਰਡ ਇਲੈਕਟ੍ਰॉन्स ਦੇ ਨਾਲ ਇਹ ਆਪਾਂ ਕਨਸੈਪਟ ਕੀਤਾ ਹੋਇਆ ਹੈਗਾ ਠੀਕ ਹੈ ਤੇ ਇਹਦਾ ਫਾਰਮੂਲਾ ਜਿਹੜਾ ਸੀ ਉਹ ਮੈਂ ਦੱਸਿਆ ਸੀਗਾ ਮਿਊ ਦੇ ਨਾਲ ਇਹਨੂੰ ਡਿਨੋਟ ਕਰਦੇ ਆ ਆਪਾਂ ਮੈਗਨੈਟਿਕ ਮੂਵਮੈਂਟ ਨੂੰ n * n+2 ਹੁੰਦਾ ਹੈ ਠੀਕ ਹੈ ਹੁਣ n ਕੀ ਹੁੰਦੀ ਹੈ n ਆ ਨੰਬਰ ਆਫ ਅਨਪੇਅਰਡ ਇਲੈਕਟ੍ਰॉन ਆ ਜਿਵੇਂ ਕਾਪਰ 2 ਪੋਜ਼ਿਟਿਵ ਚ n ਦੀ ਵੈਲਿਊ ਹੈਗੀ ਆ 1 ਠੀਕ ਹੈ ਆਪਾਂ ਇੱਥੇ ਪੁੱਟ ਕਰ ਦਿਆਂਗੇ 1 * 1+2 ਇਹ ਬਣ ਗਿਆ 1 * 3 ठीक है तो आंसर आ गया √3 बोहर मैग्नेटोन ठीक है जी समझ लग गई रहे सारे नु यस मैम जे हुण मान लो ਇਹਦਾ ਤੁਹਾਨੂੰ ਪੈਰਾਮੈਗਨੈਟਿਕ ਕਰੈਕਟਰ ਕਹਿਣ ਫਾਈਂਡ ਕਰਨ ਨੂੰ ਤਾਂ ਇਹ ਆਪਾਂ ਕਵਾਂਗੇ ਵੀ ਇਹ ਡਾਇਆਮੈਗਨੈਟਿਕ ਆ ਪੈਰਾਮੈਗਨੈਟਿਕ ਕਰੈਕਟਰ ਇਹਦਾ ਹੈ ਹੀ ਨਹੀਂ ਇਹਦਾ 0 ਆਏਗਾ
n ਦੀ ਵੈਲਿਊ, ਕਿਉਂਕਿ ਕੋਈ ਵੀ ਅਨਪੇਅਰਡ ਇਲੈਕਟ੍ਰੋਨ ਨਹੀਂ ਹੈਗਾ, μ 0 ਹੁੰਦਾ ਹੈ। ਸਮਝ ਲੱਗ ਗਈ? ਮੈਗਨੈਟਿਕ ਮੂਵਮੈਂਟ ਜਿਹੜਾ ਡਾਇਮੈਗਨੈਟਿਕ ਸਬਸਟੈਂਸਸ ਦਾ ਉਹ 0 ਹੁੰਦਾ ਹੈ। ਹੁਣ ਆਪਾਂ ठीक है मैम। ਤਿੰਨ ਕਨਸੈਪਟ ਕਰ ਲਏ ਰਾਜੇ, ਟ੍ਰਾਂਜੀਸ਼ਨ ਐਲੀਮੈਂਟ ਕਿਹੜਾ ਹੈਗਾ ਨਹੀਂ ਹੈਗਾ ਉਹ ਕਿਵੇਂ ਪਤਾ ਲੱਗੂਗਾ। ਸੈਕੰਡ ਥਿੰਗ ਆਪਾਂ ਕੀਤੀ ਹੈ ਵੀ ਕਲਰਡ ਤੇ ਕਲਰਲੈਸ ਦਾ ਡਿਫਰੈਂਸ ਕਿਵੇਂ ਪਤਾ ਲੱਗੇਗਾ, ਹਨਾ। ਥਰਡ ਆਪਾਂ ਕਰ ਲਿਆ ਪੈਰਾਮੈਗਨੈਟਿਕ ਬਿਹੇਵੀਅਰ ਕੀ ਹੁੰਦਾ ਹੈ, ਕਿੰਨੇ ਨੰਬਰ ਆਫ ਇਲੈਕਟ੍ਰੋਨਾਂ ਤੇ ਉਹਨੂੰ ਕਿਵੇਂ ਫਾਈਂਡ ਕਰਨਾ ਹੈ। ਇਹ ਚੀਜ਼ ਵੀ ਜਿਹੜੀ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ ਨਾਲ ਰਿਲੇਟਡ ਆ, ਠੀਕ ਹੈ। ਤੁਹਾਨੂੰ ਜ਼ਿੰਕ ਤੋਂ 21 ਸਕੈਂਡੀਅਮ ਤੋਂ ਲੈ ਕੇ 30 ਜ਼ਿੰਕ ਤੱਕ ਸਾਰੇ ਪਤਾ ਹੋਣੇ ਚਾਹੀਦੇ ਐਟੋਮਿਕ ਨੰਬਰਸ, ਫੇਰ ਹੀ ਤੁਸੀਂ ਇਸ ਚੈਪਟਰ ਦੇ ਕੁਐਸਚਨ ਆਨਸਰ ਜਿਹੜੇ ਆ ਉਹ ਕਰ ਸਕਦੇ ਆ, ਠੀਕ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਹੈਗਾ ਕੁਐਸਚਨ ਵੀ ਜਿਹੜਾ ਹੈਗਾ ਆਪਣੇ ਕੋਲੇ ਟ੍ਰਾਂਜੀਸ਼ਨ ਐਲੀਮੈਂਟ ਆ, ਹਨਾ, ਉਹ ਗੁੱਡ ਕੈਟਾਲਿਸਟ ਕਿਉਂ ਆ। ਨੈਕਸਟ ਕੁਐਸਚਨ ਆਪਾਂ ਕਰਨਾ ਹੈਗਾ ਵੀ ਜਿਹੜੇ ਟ੍ਰਾਂਜੀਸ਼ਨ ਐਲੀਮੈਂਟ ਆ ਉਹ ਗੁੱਡ ਕੈਟਾਲਿਸਟ ਕਿਉਂ ਆ। ਦੱਸ ਸਕਦੇ ਆ, ਮੈਂ ਦੱਸਿਆ ਵੀ ਹੋਇਆ ਪਹਿਲਾਂ। क्वेश्चन लिख लो, why transition elements act as good catalyst, why transition elements act as good catalyst। ਤਾਂ ਇਹਦਾ ਆਨਸਰ ਹੈਗਾ because they can exhibit variable oxidation states, ਠੀਕ ਹੈ ਜੀ। ਤਾਂ ਹੁਣ ਮੇਰੀ ਗੱਲ ਸੁਣੋ, ਹੁਣ ਧਿਆਨ ਨਾਲ ਇਸ ਚੀਜ਼ ਨੂੰ ਸਮਝਿਓ ਜਿਹੜਾ ਮੈਂ ਬੋਰਡ ਤੇ ਲਿਖਿਆ ਹੈਗਾ, ਠੀਕ ਹੈ। ਇਹ ਤੁਹਾਨੂੰ ਕੁਐਸਚਨ ਵੀ ਮਿਲ ਜੂਗਾ ਐਜ਼ ਇਟ ਇਜ਼, ਇਹਦਾ ਆਨਸਰ ਵੀ ਹੈਗਾ ਬੁੱਕ ਦੇ ਵਿੱਚ। ਤਾਂ ਕੈਟਾਲਿਸਟ ਕੀ ਹੁੰਦੇ ਆ, ਪਹਿਲਾਂ ਆਪਾਂ ਡੈਫੀਨੇਸ਼ਨ ਤੇ ਜਾਂਦੇ ਹਾਂ, ਹਨਾ। ਕੈਟਾਲਿਸਟ ਜੇ ਉਹ ਹੁੰਦੇ ਹੈਗੇ ਜਿਹੜੇ ਮਤਲਬ ਰਿਐਕਸ਼ਨ ਨੂੰ ਸਪੀਡ ਅਪ ਕਰਦੇ ਆ ਬਟ ਆਪ ਰਿਐਕਸ਼ਨ ਦੇ ਵਿੱਚ ਕੰਜ਼ਿਊਮ ਨਹੀਂ ਹੁੰਦੇ, ਇਹੀ ਹੁੰਦੇ ਆ ਨਾ ਕੈਟਾਲਿਸਟ। Catalyst is a substance which speeds up the reaction but is itself not consumed in the reaction, ਠੀਕ ਹੈ। ਇਨਸਟੈਡ ਉਹ ਫਿਰ ਰਿਐਕਸ਼ਨ ਨੂੰ ਫਾਸਟ ਕਿਵੇਂ ਕਰਦੇ ਆ, ਉਹ ਕੋਈ ਇੱਕ ਇਦਾਂ ਦਾ ਇੰਟਰਮੀਡੀਏਟ ਬਣਾਉਂਦੇ ਆ ਵੀ ਜਿਹੜਾ ਰਿਐਕਸ਼ਨ ਛੇਤੀ ਪ੍ਰੋਡਕਟ ਫਾਰਮੇਸ਼ਨ ਦੇ ਵਿੱਚ ਹੈਲਪ ਕਰਦਾ, ਹਨਾ। ਇੰਟਰਮੀਡੀਏਟ ਬਣਾਉਣ ਲਈ ਉਹਨੂੰ ਵੇਰੀਏਬਲ ਆਕਸੀਡੇਸ਼ਨ ਸਟੇਟ ਚਾਹੀਦੀ ਹੈ। ਵੇਰੀਏਬਲ ਆਕਸੀਡੇਸ਼ਨ ਸਟੇਟ ਹੁੰਦਾ ਹੈਗਾ ਵੀ ਜਿਹੜੇ ਅਕੋਰਡਿੰਗ ਟੂ ਸਿਚੁਏਸ਼ਨ ਆਪਦੀ ਆਕਸੀਡੇਸ਼ਨ ਸਟੇਟ ਨੂੰ ਚੇਂਜ ਕਰ ਸਕਦੇ, ਠੀਕ ਹੈ। ਤਾਂ ਜਿਹੜੇ ਰਾਜੇ ਆਪਣੇ ਕੋਲ ਹੁੰਦੇ ਆ ਜਿਵੇਂ 4s ਤੇ 3d, ਮਤਲਬ ਕਹਿਣ ਦਾ ns ਤੇ n-1 d ਆਰਬਿਟਲ ਹੁੰਦੇ ਆ, ਠੀਕ ਹੈ। ਇਹਨਾਂ ਦੀ એનર્ਜੀ ਜਿਹੜੀ ਹੈ ਰਾਜੇ ਆਲਮੋਸਟ ਸੇਮ ਹੁੰਦੀ ਆ। ਇਲੈਕਟ੍ਰੋਨ ਇਹਨਾਂ ਦੋਨਾਂ ਚੋਂ ਕਿਸੇ ਚ ਵੀ ਐਂਟਰ ਕਰ ਸਕਦਾ ਹੈਗਾ, ਜਿਹਦੇ ਕਰਕੇ ਇਹ ਵੇਰੀਏਬਲ ਆਕਸੀਡੇਸ਼ਨ ਸਟੇਟਸ ਆ ਜਿਹੜੀਆਂ ਉਹ ਐਗਜ਼ਿਬਿਟ ਕਰਦੇ ਆ। ਕਲੀਅਰ? ਸਮਝ ਲੱਗ ਗਈ ਰਾਜੇ ਸਾਰਿਆਂ ਨੂੰ? ਹਾਂਜੀ 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 हाँ जी मैम। ਓਕੇ। ਹੁਣ ਨੈਕਸਟ ਕੁਐਸਚਨ ਤੁਸੀਂ ਲਿਖੋ, ਵਾਈ ਟ੍ਰਾਂਜੀਸ਼ਨ ਐਲੀਮੈਂਟਸ ਜਾਂ ਵਾਈ ਡੀ ਬਲੌਕ ਐਲੀਮੈਂਟਸ form good complexing agents, good complexing agents, ठीक है। ਤਾਂ ਇਹਦਾ ਆਨਸਰ ਆਪਣੇ ਕੋਲ 2 ਪੁਆਇੰਟਸ ਆ, why transition elements form good complexing agents। ਇੱਕ ਤਾਂ ਨਿਊਕਲੀਅਰ ਚਾਰਜ ਇਹਨਾਂ ਦੇ ਉੱਪਰ ਹਾਈ ਹੁੰਦਾ, ਠੀਕ ਹੈ। ਸੈਕੰਡ ਥਿੰਗ ਇਹਨਾਂ ਦਾ ਲਾਰਜ ਸਰਫੇਸ ਏਰੀਆ ਹੁੰਦਾ ਜਿਹਦੇ ਉੱਪਰ ਚੀਜ਼ਾਂ ਛੇਤੀ ਅਬਜ਼ੌਰਬ ਹੋ ਜਾਂਦੀਆਂ, ਠੀਕ ਹੈ। ਛੇਤੀ ਬੌਂਡ ਫਾਰਮੇਸ਼ਨ ਕਰ ਲੈਂਦੇ ਆ, ਜਿਹੜੇ ਬਾਕੀ ਇਹਦੇ ਨਾਲ ਸਬਸਟੈਂਸਸ ਆ, ਲਿਗੈਂਡਸ ਆ, ਅਟੈਚ ਹੋ ਜਾਂਦੇ ਆ। ਬਾਕੀ ਰਾਜੇ ਕੰਪਲੈਕਸ ਕੰਪਾਊਂਡ ਜਾਂ ਕੋਆਰਡੀਨੇਸ਼ਨ ਕੰਪਾਊਂਡ ਆਪਾਂ ਨੂੰ ਫੁੱਲ ਚੈਪਟਰ ਆ, ਠੀਕ ਹੈ, ਕਿਵੇਂ ਉਹ ਅਟੈਚ ਹੁੰਦੇ ਆ ਇਹਦੇ ਨਾਲ, ਉਹਦੇ ਵਿੱਚ ਆਪਾਂ ਸਾਰਾ ਕਰਨਾ ਹੈਗਾ। ਫਿਲਹਾਲ ਲਈ ਤੁਸੀਂ ਆ 2 ਪੁਆਇੰਟਸ ਯਾਦ ਰੱਖਣੇ ਵੀ, ਇੱਕ ਤਾਂ ਇਹਨਾਂ ਦਾ ਨਿਊਕਲੀਅਰ ਚਾਰਜ ਹਾਈ ਹੁੰਦਾ ਹੈਗਾ ਡਿਊ ਟੂ ਮੋਰ ਨੰਬਰ ਆਫ ਪ੍ਰੋਟੋਨਸ, ਦੂਜਾ ਇਹਨਾਂ ਦਾ ਸਰਫੇਸ ਏਰੀਆ ਜ਼ਿਆਦਾ ਹੁੰਦਾ ਹੈਗਾ, ਠੀਕ ਹੈ, ਵਿਚ ਇਨਕਰੀਜ਼ਸ ਇਟਸ ਅਬਜ਼ੌਰਬਿੰਗ ਪਾਵਰ, ਠੀਕ ਹੈ। ਹਾਂਜੀ ਇੱਥੋਂ ਤੱਕ ਕਲੀਅਰ ਹੋ ਗਿਆ, ਕਿਸੇ ਨੂੰ ਕੋਈ ਡਾਊਟ ਤਾਂ ਨਹੀਂ?
नो मैम। नेक्स्ट क्वेश्चन लिखो, वाई डी ब्लॉक एलिमेंट्स या वाई ट्रांजिशन एलिमेंट्स are well known to form interstitial compounds. ठीक है, ਹੁਣ ਦੇਖੋ ਆਪਾਂ ਸੋਲਿਡ ਸਟੇਟ ਦੇ ਵਿੱਚ ਕੀਤਾ ਸੀ ਵੀ ਇਸ ਤਰ੍ਹਾਂ ਨਾਲ ਜਦੋਂ ਐਟਮਸ ਜਿਹੜੇ ਆ ਹਨਾ ਅਰੇਂਜਡ ਹੁੰਦੇ ਆ, ਤਾਂ ਆ ਜਿਹੜੀਆਂ ਜਗ੍ਹਾ ਹੈਗੀਆਂ ਇਹਨਾਂ ਨੂੰ ਆਪਾਂ ਕਹਿੰਦੇ ਇੰਟਰਸਟੀਸ਼ੀਜ਼। ਠੀਕ ਹੈ, ਤਾਂ ਇੱਥੇ ਹੁਣ ਜਿਹੜੇ ਇਹ ਐਟਮਸ ਹੁੰਦੇ ਆ ਡੀ ਬਲੌਕ ਦੇ, ਓਕੇ, ਉਹ ਹੁੰਦੇ ਆ ਰਾਜੇ ਲਾਰਜ ਸਾਈਜ਼ ਦੇ। ਠੀਕ ਹੈ, ਤੇ ਉਹਨਾਂ ਦੇ ਵਿੱਚ ਜਿਹੜੇ ਵੋਇਡ ਫਾਰਮ ਹੁੰਦੇ ਆ ਉੱਥੇ ਹਾਈਡਰੋਜਨ, ਬੋਰੋਨ, ਕਾਰਬਨ, ਨਾਈਟ੍ਰੋਜਨ ਈਜ਼ੀਲੀ ਜਿਹੜੇ ਆ ਸਕਦੇ ਆ। ਇਹ ਵੋਇਡ ਇੰਨੇ ਕੁ ਵੱਡੇ ਹੁੰਦੇ ਆ ਵੀ ਇਹ ਜਿਹੜੇ ਐਟਮ ਆ ਈਜ਼ੀਲੀ ਇੱਥੇ ਪਲੇਸ ਕੀਤੇ ਜਾ ਸਕਦੇ ਆ, ਤਾਂ ਕਰਕੇ ਦੇ ਆਰ ਵੈਲ ਨੋਨ ਟੂ ਫਾਰਮ ਇੰਟਰਸਟੀਸ਼ੀਅਲ ਕੰਪਾਊਂਡਸ। ਕਲੀਅਰ ਹੈ? ਰਿਪੀਟ ਕਰਿਓ ਮੈਮ। ਰਜੇ ਆਪਣੇ ਕੋਲ ਨਾ ਜਿਹੜੇ ਮਤਲਬ ਡੀ ਬਲੌਕ ਐਲੀਮੈਂਟ ਆ ਉਹਨਾਂ ਦੇ ਐਟਮਸ ਲਾਰਜ ਸਾਈਜ਼ ਦੇ ਹੁੰਦੇ ਆ ਹਨਾ, ਤੇ ਉਹਨਾਂ ਦੇ ਵਿੱਚ ਇੰਟਰਸਟੀਸ਼ੀਜ਼ ਵੀ ਫਿਰ ਉਹਦੇ ਅਕੋਰਡਿੰਗ ਹੀ ਬਣਨਗੀਆਂ। ਇਹ ਇੰਟਰਸਟੀਸ਼ੀਜ਼ ਇੰਨੀਆਂ ਕੁ ਹੁੰਦੀਆਂ ਹੈਗੀਆਂ ਵੀ ਦੇ ਕੈਨ ਐਡਜਸਟ ਈਜ਼ੀਲੀ ਹਾਈਡਰੋਜਨ, ਬੋਰੋਨ, ਕਾਰਬਨ, ਨਾਈਟ੍ਰੋਜਨ ਇਦਾਂ ਦੇ ਛੋਟੇ ਐਟਮ ਈਜ਼ੀਲੀ ਇਹਨਾਂ ਇੰਟਰਸਟੀਸ਼ੀਜ਼ ਦੇ ਵਿੱਚ ਆ ਸਕਦੇ ਆ। ਠੀਕ ਹੈ, ਹਾਂਜੀ ਮੈਮ। ਇਸ ਕਰਕੇ ਦੇ ਆਰ ਵੈਲ ਨੋਨ ਟੂ ਫਾਰਮ ਇੰਟਰਸਟੀਸ਼ੀਅਲ ਕੰਪਾਊਂਡਸ। ਠੀਕ ਹੈ ਜੀ, ਯੈਸ। ਓਕੇ ਜੀ। ਉਸ ਤੋਂ ਬਾਅਦ ਰਜੇ ਲਾਸਟ ਕੁਐਸਚਨ ਹੈਗਾ ਆਪਣੇ ਕੋਲੇ ਕਿ ਵਾਈ ਟ੍ਰਾਂਜੀਸ਼ਨ ਐਲੀਮੈਂਟਸ ਫਾਰਮ ਐਲੋਇਜ਼। ਠੀਕ ਹੈ, ਐਲੋਇਜ਼ ਕਾ ਤੋਂ ਫਾਰਮ ਕਰਦੇ ਆ। ਠੀਕ ਹੈ, ਤਾਂ ਐਲੋਇਜ਼ ਜਿਹੜੇ ਹੈਗੇ ਆ ਉਹਦੇ ਵਿੱਚ ਆਪਣੇ ਕੋਲ ਹੁੰਦੀਆਂ ਮਿਕਸਚਰ ਆਫ ਮੈਟਲਸ। ਐਲੋਇਜ਼ ਉਹੀ ਹੁੰਦੇ ਆ ਨਾ, ਮਿਕਸਚਰ ਆਫ ਮੈਟਲਸ। ਤਾਂ ਜਿਹੜੀ ਸਾਰੀਆਂ ਟ੍ਰਾਂਜੀਸ਼ਨ ਐਲੀਮੈਂਟਸ ਆ ਉਹਨਾਂ ਦਾ ਸਾਈਜ਼ ਰਜੇ ਆਲਮੋਸਟ ਸੇਮ ਆ। ਠੀਕ ਹੈ, ਤਾਂ ਐਲੋਇਜ਼ ਦੇ ਵਿੱਚ ਕੀ ਹੁੰਦਾ, ਜਿਵੇਂ ਹੁਣ ਮੰਨ ਲਓ ਆ ਸਾਰੇ ਕ੍ਰੋਮੀਅਮ ਦੇ ਆ ਜਾਂ ਨਿਕਲ ਦੇ ਐਟਮ ਆ, ਤਾਂ ਇਹਨੂੰ ਆਪਾਂ ਈਜ਼ੀਲੀ ਰਿਪਲੇਸ ਕਰ ਸਕਦੇ ਆ ਆਇਰਨ ਦੇ ਨਾਲ, ਕਿਉਂਕਿ ਆਲਮੋਸਟ ਸਾਈਜ਼ ਸੇਮ ਆ। ਠੀਕ ਹੈ, ਆਲਮੋਸਟ ਸਾਈਜ਼ ਸੇਮ ਹੋਣ ਕਰਕੇ ਜਿਹੜਾ ਕ੍ਰਿਸਟਲ ਸਟਰਕਚਰ ਆ ਉਹ ਖਰਾਬ ਨਹੀਂ ਹੁੰਦਾ, ਇੱਕ ਐਟਮ ਦੂਜੇ ਨਾਲ ਆਪਾਂ ਈਜ਼ੀਲੀ ਚੇਂਜ ਕਰ ਸਕਦੇ ਆ, ਤਾਂ ਕਰਕੇ ਇਹਨਾਂ ਦੇ ਗੁੱਡ ਐਲੋਇਜ਼ ਬਣਦੇ ਆ। ਐਲੋਇਜ਼ ਆਪਾਂ ਕਿਉਂ ਬਣਾਉਂਦੇ ਆ? ਹਾਰਡਨੈਸ, ਟੈਂਸਾਈਲ ਸਟਰੈਂਥ ਜਾਂ ਉਹਨਾਂ ਦੀ ਜਿਹੜੀ ਥਰਮਲ ਸਟਰੈਂਥ ਆ ਉਹਨੂੰ ਇੰਪਰੂਵ ਕਰਨ ਦੇ ਲਈ। ਠੀਕ ਹੈ, ਕਲੀਅਰ ਹੈ ਜੀ? ਯੈਸ ਮੈਮ। ਹਾਂਜੀ, ਆਲਮੋਸਟ ਜਿਹੜੇ ਸਾਰੇ ਇੰਪੋਰਟੈਂਟ ਕੁਐਸਚਨਸ ਜਿਹੜੇ ਬਣਦੇ ਆ ਹਨਾ ਉਹ ਮੈਂ ਕਰਵਾ ਹੀ ਦਿੱਤੇ ਆ। ਲੈਂਥੇਨੋਇਡ ਕੰਟਰੈਕਸ਼ਨ ਮੈਂ ਡੈਫੀਨੇਸ਼ਨ ਪਹਿਲਾਂ ਲਿਖਵਾਤੀ ਸੀਗੀ ਹਨਾ, ਵੀ ਜਿਹੜਾ ਸਾਈਜ਼ ਡਿਕਰੀਜ਼ ਹੋਣਾ ਡਿਊ ਟੂ ਇਨਕਰੀਜ਼ ਇਨ ਐਟੋਮਿਕ ਨੰਬਰ ਉਹਨੂੰ ਕਹਿੰਦੇ ਆ। ਤੇ ਕਿਉਂ ਹੁੰਦੀ ਹੈ ਲੈਂਥੇਨੋਇਡ ਕੰਟਰੈਕਸ਼ਨ? ਬਿਕੋਜ਼ ਪੂਅਰ ਸ਼ੀਲਡਿੰਗ ਇਫੈਕਟ ਆ ਐਫ ਆਰਬਿਟਲਸ ਦਾ। ਠੀਕ ਹੈ, ਇਸ ਚੈਪਟਰ ਦੇ ਵਿੱਚੋਂ ਜਿੰਨੇ ਇੰਪੋਰਟੈਂਟ ਕੁਐਸਚਨ ਬਣਦੇ ਆ ਹਨਾ ਮੈਂ ਕੋਸ਼ਿਸ਼ ਕੀਤੀ ਹੈ ਕਵਰ ਕਰਨ ਦੀ। ਹੋਰ ਜਿਹੜੇ ਰਹਿ ਗਏ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਠੀਕ ਹੈ, ਥੈਂਕ ਯੂ।